ਜਿਹੜੇ ਜਿਹੜੇ ਹੁਣ ਜਿਸ ਤਰ੍ਹਾਂ ਅੱਜ 3 ਬਾਣੀਆਂ ਦਾ ਆ ਰਿਹਾ ਮੁੱਦਾ, ਕੋਈ ਕਹਿ ਰਿਹਾ 3 ਬਾਣੀਆਂ ਪੜ੍ਹਨੀਆਂ ਚਾਹੀਦੀਆਂ, ਕੋਈ ਕਹਿ ਰਿਹਾ 5 ਬਾਣੀਆਂ ਪੜ੍ਹਨੀਆਂ ਚਾਹੀਦੀਆਂ। ਇਹਦੇ ਬਾਰੇ ਕਿਹਨੇ ਸਾਨੂੰ ਸੋਧ ਦੇਣੀ ਹੈ? ਕੌਣ ਹੈ ਸਾਡਾ ਸੁਪਰੀਮ? ਸਾਨੂੰ ਜਿਹਨੇ ਸੋਧ ਦੇਣੀ ਉਹ ਘੱਟੋ ਘੱਟ ਆ ਕੇ ਦੱਸੇ ਤੇ ਸਹੀ ਵੀ ਸਾਡਾ ਇਹ ਖਲੜਾ ਹੈ ਵੀ 5 ਬਾਣੀਆਂ ਪੜ੍ਹਨੀਆਂ ਜਾਂ ਨਹੀਂ ਪੜ੍ਹਨੀਆਂ, ਜਾਂ 3 ਬਾਣੀਆਂ ਪੜ੍ਹਨੀਆਂ ਜਾਂ ਨਹੀਂ ਪੜ੍ਹਨੀਆਂ। ਇਹ ਕਿੱਥੇ ਲੈ ਕੇ ਜਾਈਏ ਅਸੀਂ ਮੁੱਦਾ? ਜਿਹੜਾ ਦਕਸ਼ਨ ਵੱਲ ਹੈ ਉਧਰ ਤੇ ਉਹਦਾ ਪ੍ਰਕਾਸ਼ ਕਰ ਰਹੇ ਨੇ ਤੇ ਸਾਡੇ ਇਸ ਪਾਸੇ ਨਹੀਂ ਹੈਗਾ। ਕਈ ਗੁਰਦੁਆਰੇ ਕਈ ਕਿਤੇ ਜਿਹੜੇ ਮਨਮਤੀ ਨੇ ਜਾਂ ਕੋਈ ਕਹਿ ਲਓ ਜਾਂ ਜਿਨ੍ਹਾਂ ਦੇ ਪ੍ਰਤੀ ਹੈਗਾ ਉਹਨਾਂ ਦੇ ਪਿਆਰ ਉਹ ਕਰ ਰਹੇ ਨੇ, ਲੇਕਿਨ ਸਾਨੂੰ ਸੇਧ ਤੇ ਕੋਈ ਨਹੀਂ ਹੈਗੀ ਨਾ ਜੀ। ਮੈਂ ਦੇਣਾ ਸਵਾਲ। ਹਰ ਉਹ ਸ਼ਖਸ ਜਿਹੜਾ ਗੁਰੂ ਘਰ ਦੇ ਨਾਲ ਧਰੋਹ ਕਰਦਾ ਉਹ ਮਾਫੀਆ। ਕਿੰਨੀ ਡੈਮੋਕ੍ਰੈਟਿਕ ਪਾਰਟੀ ਹੈ ਸਾਡੀ, ਬਿਲਕੁਲ, ਕਿ ਜੇ ਅੱਛਾ ਕੰਮ ਹੋਵੇ ਤੇ ਅਸੀਂ ਉਹਨੂੰ ਅੱਛਾ ਕਹਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ ਹੈ। ਸਮੂਹ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈ। ਅੱਜ ਬੜਾ ਪੰਥਕ ਅਕਾਲੀ ਲਹਿਰ ਪਾਰਟੀ ਵਾਸਤੇ ਵੱਡਾ ਦਿਹਾੜਾ ਹੈ, ਜਿਸ ਵਿੱਚ ਅੱਜ ਸਾਡਾ ਇਜ਼ਾਫਾ ਹੋਇਆ ਹੈ। ਸੰਗਤ ਨੇ ਕਾਫੀ ਵਿਸ਼ਵਾਸ ਪ੍ਰਗਟ ਕੀਤਾ ਹੈ। ਜਿੱਥੇ ਵਿਸ਼ਵਾਸ ਹੈ ਉੱਥੇ ਹੀ ਸਾਡੇ ਵਿੱਚ ਡਾਕਟਰ ਤਰਜਿੰਦਰਪਾਲ ਸਿੰਘ ਜੀ ਨਲਵਾ, ਜਿਨ੍ਹਾਂ ਨੇ ਪਾਰਟੀ ਖੜੀ ਕਰਨ ਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ ਸੀ, ਔਰ ਜਿੰਨੇ ਵੀ ਰੂਲ ਰੈਗੂਲੇਸ਼ਨ ਬਣੇ ਇਹ ਪਾਰਟੀ ਦੇ, ਔਰ ਉਸ ਵੇਲੇ ਉਹਨਾਂ ਨੇ ਸਾਡਾ ਤਨ ਮਨ ਤੇ ਧਨ ਦੇ ਨਾਲ ਬਹੁਤ ਸਹਿਯੋਗ ਕੀਤਾ। ਲੇਕਿਨ ਕੁਝ ਸਮੇਂ ਦੀਆਂ ਮਜਬੂਰੀਆਂ ਕਰਕੇ ਉਹ ਸਮਾਂ ਘੱਟ ਦੇ ਪਾ ਰਹੇ ਸੀ ਤੇ ਸਾਡਾ ਉਹਨਾਂ ਨਾਲ ਵਿਚਾਰ ਵਟਾਂਦਰਾ ਹੋਇਆ ਤੇ ਅਸੀਂ ਉਹਨਾਂ ਦੀ ਜਿਹੜੀ ਅੱਗੇ ਵੀ ਜਿਹੜੀਆਂ ਸਰਵਿਸਿਜ਼ ਨੇ ਜਾਂ ਅੱਗੇ ਵੀ ਜਿਹੜੀਆਂ ਵੀ ਸਹਾਇਤਾ ਹੋਣਗੀਆਂ ਉਹ ਜਾਰੀ ਰੱਖਾਂਗੇ, ਕਿਉਂਕਿ ਇਹ ਇੱਕ ਐਸੀ ਸ਼ਖਸੀਅਤ ਹੈ ਜਿਹੜੇ ਕਿ ਸਾਡੀ ਪੰਥਕ ਅਕਾਲੀ ਲਹਿਰ ਪਾਰਟੀ ਦੇ ਸਤੰਭ ਨੇ, ਔਰ ਇਹ ਹਮੇਸ਼ਾ ਸਾਡੇ ਨਾਲ ਬਣੇ ਰਹਿਣਗੇ। ਔਰ ਅਸੀਂ ਇਹਨਾਂ ਦੇ ਇੱਥੇ ਆਉਣ ਦਾ ਜੀ ਆਇਆਂ ਕਹਿੰਦੇ ਹਾਂ, ਔਰ ਅਸੀਂ ਪਾਰਟੀ ਵੱਲੋਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਔਰ ਆਉਣ ਵਾਲੇ ਸਮੇਂ 'ਚ ਵੀ ਜਦੋਂ ਅਸੀਂ ਇਹਨਾਂ ਨੂੰ ਯਾਦ ਕਰਾਂਗੇ, ਇਹ ਸਾਨੂੰ ਇਸੇ ਤਰ੍ਹਾਂ ਸਰਵਿਸਿਜ਼ ਪ੍ਰੋਵਾਈਡ ਕਰਦੇ ਰਹਿਣਗੇ। ਸੋ ਮੈਂ ਸਮੂਹ ਪੰਥਕ ਅਕਾਲੀ ਲਹਿਰ ਪਾਰਟੀ ਵੱਲੋਂ ਮੀਡੀਆ ਦਾ ਤੇ ਇੱਥੇ ਮੇਰੇ ਜਿੰਨੇ ਵੀ ਸਹਿਯੋਗੀ ਆਏ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਲੇਕਿਨ ਕੁਝ ਮੁੱਦੇ ਜਿਹੜੇ ਨੇ ਬਹੁਤ ਗਰਮ ਨੇ, ਜਿਸ ਤਰ੍ਹਾਂ ਕਿ ਇਸ ਵੇਲੇ ਕਮੇਟੀ ਦੀ ਦੁਰਦਸ਼ਾ ਦੇਖੀ ਨਹੀਂ ਜਾ ਰਹੀ ਕਿ ਕਹਿਣੀ ਤੇ ਕਥਨੀ ਦੇ ਵਿੱਚ ਬੜਾ ਫਰਕ ਹੈ। ਉਹਨਾਂ ਦੀ ਜ਼ੁਬਾਨ ਦੇ ਵਿੱਚ ਕੁਛ ਹੈ ਤੇ ਉਹਨਾਂ ਦੇ ਮਨ ਦੇ ਵਿੱਚ ਕੁਛ ਹੈ। ਕਿਸੇ ਵੀ ਸੰਸਥਾਵਾਂ ਨੂੰ ਬਣਾਉਣ ਵਾਸਤੇ ਕੋਈ ਐਕਟ ਹੁੰਦਾ, ਕੋਈ ਕਾਨੂੰਨ ਹੁੰਦਾ। ਇੱਥੇ ਗੁਰਦੁਆਰਾ ਐਕਟ ਹੈ 1971, ਔਰ ਉਸ ਦੇ ਵਿੱਚ ਸਾਨੂੰ ਇਹ ਹਦਾਇਤ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਜਿੰਨਾ ਵੀ ਮੈਨੇਜਮੈਂਟ ਦਾ ਕੰਮ ਹੈ ਉਹ ਐਕਟ ਦੇ ਮੁਤਾਬਕ ਹੋਣਾ ਚਾਹੀਦਾ। ਲੇਕਿਨ ਪਿਛਲੇ ਘੱਟੋ ਘੱਟ 1-1.25 ਸਾਲ ਤੋਂ ਨਾ ਤੇ ਕੋਈ ਐਗਜ਼ੈਕਟਿਵ ਦੀ ਮੀਟਿੰਗ ਹੋਈ ਹੈ ਔਰ ਨਾ ਹੀ ਕਿਸੇ ਦੇ ਨਾਲ
ਕੋਈ ਜਰਨਲ ਹਾਊਸ ਬੁਲਾ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਇਹ ਆਪਣੀ ਮਰਜ਼ੀ ਦੇ ਨਾਲ ਜਿੰਨਾ ਵੀ ਕੋਈ ਵੀ ਪ੍ਰਬੰਧ ਹੈ ਉਹ ਕਰ ਰਹੇ ਨੇ, ਲੇਕਿਨ ਕਿਸੇ ਦੇ ਨਾਲ ਕੋਈ ਸਹਿਮਤੀ ਨਹੀਂ। ਈਵਨ 21 ਮੈਂਬਰਾਂ ਨੇ ਇਕੱਠੇ ਹੋ ਕੇ ਇਹਨਾਂ ਕੋਲੋਂ ਮੰਗ ਕੀਤੀ ਕਿ ਤੁਸੀਂ ਹਿਸਾਬ ਦਿਓ। ਉਹਨਾਂ ਦੀ ਮੰਗ ਨੂੰ ਵੀ ਨਹੀਂ ਰੱਖਿਆ, ਇਹਨਾਂ ਨੇ ਉਹਨਾਂ ਦਾ ਵੀ ਸਤਿਕਾਰ ਨਹੀਂ ਕੀਤਾ। ਉਸ ਤੋਂ ਬਾਅਦ ਐਗਜ਼ੈਕਟਿਵ ਮੈਂਬਰ 5 ਮਿਲ ਕੇ ਗਏ, ਜਿਹੜੇ ਕਿ ਜਿੰਨਾ ਵੀ ਹਿਸਾਬ ਹੁੰਦਾ ਹੈ ਉਹ ਜਦੋਂ ਪਾਸ ਹੁੰਦਾ ਹੈ ਐਗਜ਼ੈਕਟਿਵ ਦੇ ਵਿੱਚ ਪਾਸ ਹੁੰਦਾ ਹੈ। ਨਾ ਉਹਦੀ ਮੀਟਿੰਗ ਬੁਲਾਈ ਹੈ, ਨਾ ਜਰਨਲ ਹਾਊਸ ਬੁਲਾਇਆ ਹੈ। ਸੋ ਅਸੀਂ ਤੇ ਸੰਗਤਾਂ ਨੂੰ ਇਹਨਾਂ ਬਾਰੇ ਜਾਣਕਾਰੀ ਦਿੰਦੇ ਰਵਾਂਗੇ, ਕਿਉਂਕਿ ਪੰਥਕ ਅਕਾਲੀ ਲਹਿਰ ਦਾ ਮੁੱਢਲਾ ਸਿਧਾਂਤ ਹੈ ਜਿਸ ਨੂੰ ਅਸੀਂ ਅਪਣਾਇਆ ਹੈ। ਹੁਣ ਵੇਖੋ, ਸਾਧ ਸੰਗਤ, ਬਰਗਾੜੀ ਦਾ ਯੁੱਧ ਹੋਇਆ, ਬਰਗਾੜੀ ਦਾ ਜਿਹੜਾ ਕਾਂਡ ਹੋਇਆ, ਉਸ ਦੇ ਵਿੱਚ ਅਗਰ ਅਸੀਂ ਇਹਨਾਂ ਦੀ ਸਹਾਇਤਾ ਕਰਾਂਗੇ ਤੇ ਇਹਦਾ ਮਤਲਬ ਵੀ ਅਸੀਂ ਪੰਥ ਦੇ ਜਿਹੜੇ ਦਰਦੀ ਨੇ, ਦੋਖੀ ਨੇ, ਉਹਨਾਂ ਦੀ ਸਹਾਇਤਾ ਕਰ ਰਹੇ ਹਾਂ। ਹੁਣ ਗੁਰੂ ਗ੍ਰੰਥ ਸਾਹਿਬ ਉੱਥੋਂ ਲਾਪਤਾ ਹੋ ਜਾਣੇ 325 ਸਰੂਪ, ਔਰ ਉਹਨਾਂ ਦਾ ਕੋਈ ਹਿਸਾਬ ਕਿਤਾਬ ਨਾ ਦੇਣਾ, ਇਹ ਛੋਟੀ ਗੱਲ ਨਹੀਂ ਹੈਗੀ। ਮਤਲਬ ਨਾ ਤੇ ਸਾਡੀ ਕਿਤੇ ਸੁਣਵਾਈ, ਨਾ ਕਿਤੇ ਕੋਈ ਇੱਕ ਸਿੱਖ ਆ ਕੇ ਕਵੇ ਕਿ ਮੈਂ ਇਸ ਪ੍ਰਬੰਧ ਨੂੰ ਦੇਖਣਾ ਚਾਹੁੰਦਾ, ਜਾਂ ਅਸੀਂ ਅਗਲੇ ਆਉਣ ਵਾਲੇ ਸਮੇਂ 'ਚ ਆਪਣੇ ਬੱਚਿਆਂ ਨੂੰ ਪ੍ਰਬੰਧਕ ਕਮੇਟੀ ਬਾਰੇ ਦੱਸਣਾ ਹੋਵੇ, ਤੇ ਮੇਰਾ ਖਿਆਲ ਹੈ ਉਹਨਾਂ ਨੂੰ ਅਸੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਪਾਵਾਂਗੇ, ਕਿਉਂਕਿ ਜਿੰਨਾ ਖਲਲ ਇਹ ਕਮੇਟੀ ਦੇ ਵਿੱਚ ਪੈ ਚੁੱਕਾ ਹੈ। ਕਿਉਂਕਿ ਜਿਸ ਨੇ ਆਪਣਾ ਅਧਿਕਾਰ ਹੀ ਮੰਨ ਲਿਆ ਹੋਵੇ ਕਿ ਅਸੀਂ ਗੁਰਦੁਆਰਾ ਐਕਟ ਨੂੰ ਮੰਨਣਾ ਹੀ ਨਹੀਂ। ਸੋ ਪਿਆਰੀ ਸਾਧ ਸੰਗਤ, ਅਸੀਂ ਸਮੇਂ-ਸਮੇਂ ਸਿਰ ਆਪ ਨੂੰ ਇਹਦੇ ਇਸ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਾਂ। ਹੁਣ ਵੇਖੋ ਕਿੱਡੀ ਲਾਹਨਤ ਵਾਲੀ ਗੱਲ ਹੈ ਕਿ ਇੱਕ ਮੌਜੂਦਾ ਪ੍ਰਧਾਨ ਦੇ ਉੱਤੇ FIR ਹੋ ਜਾਣੀ, ਔਰ ਉਸ ਦੇ ਨਾਲ ਨਾਲ ਉਹਦਾ ਪਾਸਪੋਰਟ ਜ਼ਬਤ ਹੋ ਜਾਣਾ, ਔਰ ਉਹਨੂੰ ਹਿੰਦੁਸਤਾਨ ਤੋਂ ਬਾਹਰ ਜਾਣ ਦੀ ਪਰਮਿਸ਼ਨ ਨਾ ਦੇਣੀ। ਇਹ ਪਿਆਰੀ ਸਾਧ ਸੰਗਤ ਕੋਈ ਛੋਟੀ ਗੱਲ ਨਹੀਂ ਹੈਗੀ। ਇਹ ਸਿੱਖ ਕੌਮ ਦਾ ਪੂਰੇ ਵਰਲਡ ਦੇ ਵਿੱਚ ਸਿਰ ਨੀਵਾਂ ਕਰਨ ਵਾਲੀ ਗੱਲ ਹੈ। ਔਰ ਸਾਡੀ ਜਿਹੜੀ ਚੜ੍ਹਦੀ ਕਲਾ ਸੀ ਉਹਦੇ ਵਿੱਚ ਇਹ ਕਮੇਟੀ ਜਿਹੜੀ ਹੈ ਸਿਰਫ ਆਪਣੀਆਂ ਕਾਰਗੁਜ਼ਾਰੀਆਂ, ਕੋਵਿਡ ਹਸਪੀਟਲ ਬਣਾ ਕੇ ਤੇ ਹੁਣ 125 ਬੈੱਡਡ ਹਸਪੀਟਲ ਬਣਾ ਕੇ ਉਹਦੀ ਜਾਣਕਾਰੀ ਦੇਣਾ ਚਾਹੁੰਦੇ ਨੇ, ਲੇਕਿਨ ਉਹਦੀ ਕਿੱਥੋਂ ਅਪਰੂਵਲ ਲਈ, ਕਿੰਨੇ ਉਹਦਾ ਮਾਡਲ ਅਪਰੂਵ ਕੀਤਾ, ਕਿੱਥੋਂ ਪੈਸਾ ਆਣਾ ਹੈ, ਕਿੱਥੋਂ ਸੈਂਕਸ਼ਨ ਲਈ, ਇਸ ਦੀ ਕੋਈ ਜਾਣਕਾਰੀ ਸੰਗਤ ਦੇ ਵਿੱਚ ਨਹੀਂ ਹੈ। ਫਾਰਨ ਕੰਟਰੀ ਤੋਂ ਕਿੰਨਾ ਪੈਸਾ ਆ ਰਿਹਾ ਹੈ, ਹਿੰਦੁਸਤਾਨ ਦੀ ਗੋਲਕ ਦੇ ਵਿੱਚੋਂ ਕਿੰਨਾ ਪੈਸਾ ਆ ਰਿਹਾ ਹੈ, ਇਸ ਦੇ ਬਾਰੇ ਕਿਸੇ ਨੂੰ ਵੀ ਜਾਣੂ ਨਹੀਂ ਕਰਾਇਆ ਜਾਂਦਾ। ਅਸੀਂ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਪੁੱਛੋ, ਅਗਰ ਤੁਸੀਂ ਵੀ ਗੂੰਗੇ ਤੇ ਬਹਿਰੇ ਹੋ ਗਏ ਤੇ ਸਾਡੀ ਕੌਮ ਦਾ ਅੱਗੇ ਕੋਈ ਹੀਲਾ ਨਹੀਂ ਰਹਿਣਾ। ਸਾਡੀ ਜਿਹੜੀ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਇਹ ਸਾਨੂੰ ਕੌਮ ਬਖਸ਼ੀ ਸੀ, ਇਹ ਚੜ੍ਹਦੀ ਕਲਾ ਜਿਹੜੀ ਹਰ ਕੰਟਰੀ ਦੇ ਵਿੱਚ ਗੁਰੂ ਘਰ ਦਾ ਨਿਸ਼ਾਨ ਸਾਹਿਬ ਚਲਾ ਰਹੇ ਨੇ। चूल ते निशान रहे पंथ महाराज के, लगते दीवान रहे गुरु महाराज के। ते ये चढ़दी कला दा जिहड़ा पैगाम सीगा, जिहड़ा सानू मत सी वो दिता। तो हुण हिंदुस्तान तो बाहर सिख सारे संसार दे विच चढ़दी कला च ने, लेकिन एक बड़ी बदनसीबी दी गल है
कि साड़ियाँ जथेबंदियाँ जड़ियाँ भावें श्रोमणी अकाली दल बादल पंजाब होवे, श्रोमणी अकाली दल बादल दिल्ली होवे और दिल्ली दी कमेटी भी घाटे च ते जिहड़ी बादल दी कमेटी वो भी घाटे च। जे तुहाडे कोल प्रबंध नहीं चलदा साध संगत जी, तुसी आप अगे आओ, क्योंकि असी ते हर थां जाके डूंडी वजा लई है। अकाल तख्त साडा सुत्ता पिया है। अज सुप्रीम कोर्ट जिहड़ी है वो सानू फैसला दे रही है, लेकिन अकाल तख्त जिहड़ा है वो साडी जिहड़ी है मान मर्यादा जिहड़ी है उन्हों ये जिहड़े उत्ते बैठे ने वो जागदे नहीं पे और साडी कौम नूं राह देने वाला कोई नहीं है। सो मेरी बेनतियां ने साध संगत अगे कि असी कहते हैं कि अकाल तख्त दोबारा सुरजीव होवे और उतों जिहड़े फैसले होण सिखां नूं सीधा राह जिहड़ा उतों मिले। लेकिन ना तो उत्थे ही इलैक्शन हुंदा और ना उतों कोई साडी जिहड़ी है किसी सिख की गल सुनी जाती है। कोई चिट्ठी दे दो, हुण किन्नियां पार्टियां ने उन्होंने चिट्ठी दी, किसी का जवाब जिहड़ा है उतों नहीं आउंदा। तो प्यारी साध संगत, असी यही बेनतियां करनियां चाहुंदे हाँ कि हुण इलैक्शन भी सिर ते है। 22 तरीक जिहड़ा इलैक्शन का डंका वज चुक्या ते तुसी सारिਆਂ ने सहयोग करना है, क्योंकि इन्हां कोलों ना तो एजुकेशन संभाली गई है, ना कॉलेज संभाले गए ने, ना किसी हैल्थ की कोई परवाह इन्हां नूं, और करप्शन जिहड़ी है गोडे गोडे लिप्त है। ये सारे करप्ट हो चुके ने साडे लीडर। सो इन्नियां क बेनतियां दे नाल मैं एक बारी फिर दिल्ली कमेटी नूं ये सुचेत कर दियां, जानू कर दियां कि ज्ञान गोदड़ी गुरुद्वारा जिहड़ा है उहदे ते इन्हां ने कोई पहरा नहीं दिता। उस तो डांग मार बात गुरुद्वारा है, उस ते कोई पहरा नहीं दिता। और उड़ीसा दे विच जिहड़ा है गुरुद्वारा है उहदी कोई पुछ-गिछ नहीं। सो मेरे इक्को ही बेनतियां ने कि जिहड़ा इस वेले प्रबंध है, जिहड़ी कि बरगाड़ी का युद्ध है या बरगाड़ी का कांड है, उस दे बारे ये संगत जरूर इन्हां कोलों पुछे कि ये की कर रहे ने जिहदे करके साडा सिर नीवा हो रहा है। सो मैं तुहाडे सारे मीडिया का, वो दिल्ली निवासियों का और साडा जिहड़ा अगों गठबंधन है वो श्रोमणी अकाली दल दिल्ली दे नाल है। असी जिथे अपने कैंडीडेट खड़े किए ने उथे उन्होंने कैंडीडेट नहीं खड़े किए, सरना साहब की पार्टी दे नाल साडा गठजोड़ है। सो सानू आने वाले समय च आप सारे साडा सहयोग करो। पंथक अकाली लहर पार्टी दिल्ली का वध तो वध सहयोग करके साडे ज़्यादा तो ज़्यादा उम्मीदवार जिताओ, ताकि आने वाले समय च असी प्रबंध नूं चंगे ते सुचੱਜੇ ढंग दे नाल चला सकीए। मैं एक बारी फिर तुहाडा धन्नवाद ते अपने जिन्ने साडे इच इजाफा होया है अहुदेदार ने सब दा धन्नवाद करदा हाँ। उत्थे ही खास तौर ते डॉक्टर तजिंदर सिंह नलवा जी का बहुत धन्नवाद करदा हाँ, और मैनूं ये आस है कि अगे भी इस तरह ये साडा सहयोग जिस तरह पहले करते सी उस तरह ही करते रहेंगे। वाहिगुरू जी का खालसा, वाहिगुरू जी की फतेह। किसी का कोई क्वेश्चन होए तो प्लीज़ दसो। बरगाड़ी कांड की गल की है, सुरक्षा की गल की है, हुणे ताज़ा घटना है कि दरबार साहब के बाहर जोड़े करने जिहड़ी खुदाई का मसला है, उस मसले के उत्ते पंथक अकाली लहर कित्थे खलोती है, तुहाडे वल्लों कोई ग्राउंड लैवल उत्ते कोई काम कीता गया? देखो जी, गल है भी वो जिहड़ियां हैगियां ने उहदे उत्ते जिहड़ी जानकारी च आ रही है वो असी जो भी अकाल तख्त साहिब सानू फरमान करेगा असी उहदे नाल खड़े सिख सद्भावना दल ने मोर्चा लाया, सिंघां ने मोर्चा लाया, तुहाडी पार्टी ने। मेरा सवाल है पंजाब दे विच सिंह साहब कर रहे ने, उन्होंने बयान दिता है, तुसी बयान पढ़ो उन्होंने ग्राउंड लैवल ते। मेरा सवाल है ग्राउंड लैवल ते तुहाडी पार्टी ने
ਦੇਖੋ ਜੀ ਗਰਾਊਂਡ ਲੈਵਲ ਤੇ ਵੀ ਕਰ ਰਹੇ ਨੇ ਪੰਜਾਬ ਦੇ ਵਿੱਚ। ਜਦੋਂ ਜਥੇਬੰਦੀਆਂ ਸਾਡੀਆਂ ਚੱਲ ਰਹੀਆਂ ਨੇ ਉਹਨਾਂ ਨੇ ਉਹਦੇ ਬਾਰੇ ਜਿੰਨੇ ਵੀ ਕੁਐਸਚਨ ਆਪਣਾ ਅਕਾਲ ਤਖਤ ਦੇ ਨਾਲ ਵੀ ਕੀਤੇ ਨੇ ਔਰ ਪ੍ਰੈਸ ਦੇ ਨਾਲ ਵੀ ਉਹਨਾਂ ਨੇ ਆਪਣੇ ਜਿਹੜੀ ਜੋ ਉਹਨਾਂ ਦੇ ਮਨ ਦੀਆਂ ਇੱਛਾ ਨੇ ਜੋ ਸੰਗਤ ਦੀਆਂ ਉਹਦੇ ਉਹਨਾਂ ਅੱਗੇ ਰੱਖਿਆ। ਤੁਸੀਂ ਵਰਡ ਵਰਦੇ ਅਕਾਲ ਤਖਤ ਸੁੱਤਾ ਪਿਆ, ਅਕਾਲ ਤਖਤ ਸੋ ਸਕਦਾ ਨਹੀਂ, ਅਕਾਲ ਤਖਤ ਸੌਣ ਦਾ ਮਤਲਬ ਹੈ ਵੀ ਜੋ ਉਹਨੂੰ ਉਜਾਗਰ ਹੋਣਾ ਚਾਹੀਦਾ ਸੀ। ਅੱਜ ਦੇਖੋ ਕੋਈ ਵੀ ਸਾਡੀ ਕੌਮ ਨੂੰ ਸੇਧ ਦੇਣ ਵਾਸਤੇ ਨਾ ਤੇ ਸਾਡੇ ਕੋਲ ਕੋਈ ਖਲੜਾ ਹੈ। ਜਿਹੜੇ ਹੁਣ ਜਿਸ ਤਰ੍ਹਾਂ ਅੱਜ 3 ਬਾਣੀਆਂ ਦਾ ਆ ਰਿਹਾ ਮੁੱਦਾ, ਕੋਈ ਕਹਿ ਰਿਹਾ 3 ਬਾਣੀਆਂ ਪੜ੍ਹਨੀਆਂ ਚਾਹੀਦੀਆਂ, ਕੋਈ ਕਹਿ ਰਿਹਾ 5 ਬਾਣੀਆਂ ਪੜ੍ਹਨੀਆਂ ਚਾਹੀਦੀਆਂ। ਇਹਦੇ ਬਾਰੇ ਕਿਹਨੇ ਸਾਨੂੰ ਸੋਧ ਦੇਣੀ ਹੈ? ਕੌਣ ਹੈ ਸਾਡਾ ਸੁਪਰੀਮ? ਸਾਨੂੰ ਜਿਹਨੇ ਸੋਧ ਦੇਣੀ ਉਹ ਘੱਟੋ ਘੱਟ ਆ ਕੇ ਦੱਸੇ ਤੇ ਸੀ ਵੀ ਸਾਡਾ ਇਹ ਖਲੜਾ ਹੈ ਵੀ 5 ਬਾਣੀਆਂ ਪੜ੍ਹਨੀਆਂ ਜਾਂ ਨਹੀਂ ਪੜ੍ਹਨੀਆਂ, ਜਾਂ 3 ਬਾਣੀਆਂ ਪੜ੍ਹਨੀਆਂ ਜਾਂ ਨਹੀਂ ਪੜ੍ਹਨੀਆਂ। ਇਹ ਕਿੱਥੇ ਲੈ ਕੇ ਜਾਈਏ ਅਸੀਂ ਮੁੱਦਾ? ਜਾਂ ਕੌਣ ਨੇ ਸਾਡੇ ਕੋਲ? ਸੁਪਰੀਮ ਕੋਰਟ ਕੋਲ ਲੈ ਕੇ ਜਾਈਏ? ਕਿਹਦੇ ਕੋਲ ਲੈ ਕੇ ਜਾਈਏ? ਇਸ ਤਰੀਕੇ ਨਾਲ ਦਸਮ ਗ੍ਰੰਥ ਦੀ ਅਗਰ ਅਸੀਂ ਗੱਲ ਕਰਦੇ ਆ ਤੇ ਫਿਰ ਤੁਸੀਂ ਆਦੇ ਮਿਸ਼ਨਰੀ ਲਾਣੇ ਦੇ ਨਾਲ ਖਲੋਤੇ ਹੋ ਜਾਂ ਦਸਮ ਗ੍ਰੰਥ ਦੇ ਨਾਲ ਖਲੋਤੇ ਹੋ? ਤੁਹਾਡੀ ਪਾਰਟੀ ਦਾ ਸਟੈਂਡ ਤੇ ਹੋਣਾ ਚਾਹੀਦਾ ਨਾ। ਤੁਸੀਂ ਗੱਲ ਅਕਾਲ ਤਖਤ ਸਾਹਿਬ ਉੱਤੇ ਪਾਤੀ, ਸਿੱਖਾਂ ਦੇ ਉੱਤੇ ਪਾ ਦਿੱਤੀ ਤੇ ਵੀ ਸਾਨੂੰ ਉੱਥੋਂ ਦੀ ਕੋਈ ਆਦੇਸ਼ ਜਾਰੀ ਹੋਵੇ। ਸਰ ਮੈਂ ਉਹੀ ਜਦੋਂ ਦੇਖੋ ਜਦੋਂ ਅਸੀਂ ਕੋਈ ਵੀ ਚੀਜ਼ ਤਿਆਰ ਕਰਾਂਗੇ ਅਕਾਲ ਤਖਤ ਦੇ ਕੋਲ ਹੀ ਜਾਵਾਂਗੇ ਨਾ ਜੀ। ਹੁਣ ਦਸਮ ਗ੍ਰੰਥ ਦੀ ਤੁਸੀਂ ਗੱਲ ਕਰ ਲਈ, ਦਸਮ ਗ੍ਰੰਥ ਜਿਹੜਾ ਦਕਸ਼ਣ ਵੱਲ ਹੈ ਉਧਰ ਤੇ ਉਹਦਾ ਪ੍ਰਕਾਸ਼ ਕਰ ਰਹੇ ਨੇ ਤੇ ਸਾਡੇ ਇਸ ਪਾਸੇ ਨਹੀਂ ਹੈਗਾ। ਕਈ ਗੁਰਦੁਆਰੇ 'ਚ ਕਈ ਕਿਤੇ ਜਿਹੜੇ ਮਨਮਤੀ ਨੇ ਜਾਂ ਕੋਈ ਕਹਿ ਲਓ ਜਾਂ ਜਿਨ੍ਹਾਂ ਦੇ ਪ੍ਰਤੀ ਹੈਗਾ ਉਹਨਾਂ ਦੇ ਪਿਆਰ ਤੋਂ ਉਹ ਕਰ ਰਹੇ ਨੇ, ਲੇਕਿਨ ਸਾਨੂੰ ਸੇਧ ਤੇ ਕੋਈ ਨਹੀਂ ਹੈਗੀ ਨਾ ਜੀ। ਸੇਧ ਕਿਹਨੇ ਦੇਣੀ ਹੈ? ਸਰ ਅਸੀਂ ਕਨਫਿਊਜ਼ ਮੰਨੀਏ ਕਿ ਨਾ ਮੰਨੀਏ, ਮੇਰਾ ਸਵਾਲ ਹੈ। ਮੰਨੇ ਕਿ ਦੱਸੋ ਨਾ ਕਿਸ ਤਰ੍ਹਾਂ ਮੰਨੀਏ ਜੇ ਇਹ ਸਾਨੂੰ ਕੋਈ ਤੁਹਾਡਾ ਪਾਵਰ ਤੇ ਹੈ ਕਿ ਤੁਸੀਂ ਅਕਾਲ ਤਖਤ ਸਾਹਿਬ ਤੋਂ ਸਹਿਮਤੀ ਬਣਵਾਓਗੇ ਕਿਹੜੀ ਬਾਣੀ ਪੜ੍ਹਨੀ ਚਾਹੀਦੀ ਕਿਹੜੀ? ਦੇਖੋ ਜੀ ਦੇਣੀ ਤੇ ਸਹਿਤ ਉਹਨੂੰ ਚਾਹੀਦੀ। ਅਸੀਂ ਆਪ ਕੌਣ ਆ ਗਏ ਜੀ? ਅਸੀਂ ਆਪ ਕੌਣ ਹੈਗੇ ਆ? ਸਰ ਮੈਂ ਨਾਲ ਤੁਹਾਨੂੰ ਕੁਐਸਚਨ ਕਰਨਾ ਚਾਹਾਂਗੀ ਕਿ ਜਿਵੇਂ ਵਿਰੋਧੀ ਪਾਰਟੀ ਹੈ ਤੁਹਾਡੀ, ਉਹਨਾਂ ਨੇ ਜਿਵੇਂ ਸਟਾਫ ਨੂੰ ਸੈਲਰੀਆਂ ਟਾਈਮ ਸਿਰ ਨਹੀਂ ਦਿੱਤੀਆਂ ਤੇ ਸਰ ਜੇ ਤੁਸੀਂ ਜਿੱਤ ਜਾਂਦੇ ਹੋ ਤੇ ਸਰ ਤੁਸੀਂ ਟਾਈਮ ਸਿਰ ਦੋਗੇ? ਬਿਲਕੁਲ ਟਾਈਮ ਸਿਰ ਮਿਲਣਗੀਆਂ ਜੀ। ਇਹਦੇ ਹਾਂਜੀ ਸਰ ਸਵਾਲ ਤੁਹਾਡੇ ਤੋਂ ਜਵਾਬ ਦੇਵਣ ਨੂੰ ਚਾਹਾਂ ਤੁਸੀਂ ਹਲੇ ਇਲੈਕਸ਼ਨ ਪੋਸਟ ਆਏ ਵੀ ਦੇਖੇ ਮੈਂ ਕੁਛ ਆਪਣਾ ਕੀ ਕਹਿੰਦੇ ਨੇ ਉਹ ਬਿਟੀਆ ਦੀ ਗੱਲ ਦਾ ਜਵਾਬ ਦੇ ਦਾਂ। ਹਾਂਜੀ ਸੰਨਿਆਸ ਨਹੀਂ ਲਿਆ, ਸੰਨਿਆਸ ਨਹੀਂ ਲਿਆ ਆਨਾ। ਤੁਹਾਡਾ ਫੇਵਰਲ ਹੈਗਾ ਨਾ ਅੱਜ ਨਹੀਂ ਨਹੀਂ ਫੇਅਰਵੈਲ ਨਹੀਂ ਹੈ, ਨਹੀਂ ਐਗਜ਼ੈਕਟਲੀ ਫੇਅਰ ਨਹੀਂ ਮੈਂ ਦੇ ਦੇਣਾ ਫੇਅਰਵੈਲ। I will fare well. I will perform better. So I'll fare well. ਠੀਕ ਹੈ ਸਰ। So I'll go to next level. ਸਰ ਮੈਂ Which ਨਾਲ ਹੀ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਸਰ ਜੀ ਨੇ ਨਾ ਸਟ੍ਰੈਟੇਜੀ ਬਾਰੇ ਗੱਲ ਕੀਤੀ ਸੀ। ਬੇਟੇ ਮੈਂ ਤੇਰੇ ਨਾਲ ਪਹਿਲੇ ਐਜੂਕੇਸ਼ਨ ਬਾਰੇ ਗਿਆ, ਠੀਕ ਹੈ ਨਾ ਬੇਟੇ? ਹਾਂਜੀ, ਹਾਂਜੀ। ਗੱਲ ਹੈ ਬੱਚੇ ਕਿ ਇਹ ਸਾਡੀ ਸਾਰਿਆਂ ਦੀ ਰਿਸਪੌਂਸਿਬਿਲਿਟੀ ਹੈ। ਹਾਂਜੀ ਜਿਹੜੇ ਵੀ ਇੱਥੇ ਬੈਠੇ ਨੇ, ਜਿਹੜੇ ਤੁਸੀਂ ਪ੍ਰੈਸ ਵਿੱਚ ਵੀ ਆਏ ਹੋ ਨਾ, ਇਹ ਮੁੱਦਾ ਪਲੀਜ਼ ਤੁਸੀਂ ਜ਼ਿਆਦਾ ਉਠਾਓ। ਠੀਕ ਹੈ ਹਾਂਜੀ ਕਿਉਂਕਿ ਅਗਰ ਮੇਰੀ ਕਿਸੇ ਭੈਣ ਜਾਂ ਮੈਂ ਉਹਨਾਂ ਦਾ ਨਾਮ ਨਹੀਂ ਲੈ ਸਕਦਾ, ਮੇਰੇ ਕੋਲ ਰੋਜ਼ 50 ਮੈਸੇਜ ਆਉਂਦੇ ਨੇ ਜਿਹੜੇ ਬੱਚਿਆਂ ਨੂੰ, ਜਿਹੜੀਆਂ ਮਾਵਾਂ ਨੂੰ, ਜਿਹੜੀਆਂ ਲੇਡੀਜ਼ ਨੂੰ, ਟੀਚਰ ਸਪੈਸ਼ਲੀ ਲੇਡੀਜ਼ ਟੀਚਰ ਨੂੰ ਸੈਲਰੀਜ਼ ਨਹੀਂ ਮਿਲੀਆਂ। ਸਾਡੀ ਪਾਰਟੀ ਪਾਵਰ ਵਿੱਚ ਆਵੇ ਨਾ ਆਵੇ, ਕਿਸੇ ਦੀ ਆਵੇ ਨਾ ਆਵੇ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪਰਸਨਲ ਲੈਵਲ ਤੇ ਵੀ ਇਹ ਲੜਾਈ ਲੜੀ। ਕਿਉਂਕਿ ਜਿਹਦੇ ਘਰ ਪਹਿਲੀ ਗੱਲ ਤੇ ਸੈਲਰੀਜ਼ ਪੂਰੀਆਂ ਨਹੀਂ ਦਿੰਦੇ, ਉਹਦੇ 'ਚ ਕੱਲ੍ਹ ਜੇ ਸਾਡੀ ਪਾਰਟੀ ਦੇ ਵੀ ਕੋਈ ਮੈਂਬਰ ਸਟੈਂਡ ਨਹੀਂ ਲਏਗਾ ਤੇ ਅਸੀਂ ਉਹਦੇ ਖਿਲਾਫ ਖੜੇ ਹਾਂ। ਬੜੀ ਕਲੈਰਿਟੀ ਹੈ, 4 ਚੀਜ਼ਾਂ ਤੇ ਬਹੁਤ ਕਲੈਰਿਟੀ ਹੈ। ਟੀਚਰਸ, ਐਜੂਕੇਸ਼ਨ, ਗੁਰਦੁਆਰੇ ਗੁਰੂ ਘਰਾਂ ਦੇ ਵਜ਼ੀਰ ਦਾ ਲੈਵਲ ਨੈਕਸਟ ਆਉਣਾ ਬਹੁਤ ਜ਼ਰੂਰੀ ਹੈ। ਕਰਪਸ਼ਨ ਨਾਲ ਲੜਨਾ ਬਹੁਤ ਜ਼ਰੂਰੀ ਹੈ। ਸਭ ਤੋਂ ਵੱਡੀ ਕਰਪਸ਼ਨ ਸਕੂਲਾਂ ਤੋਂ ਸ਼ੁਰੂ ਹੋਈ। ਜਿਹੜੇ ਸਕੂਲ ਦੇ ਅੰਦਰ ਐਡਮਿਸ਼ਨ ਕਰਾਉਣ ਵਾਸਤੇ ਇਨਕਮ ਟੈਕਸ ਕਮਿਸ਼ਨਰ ਫੋਨ ਕਰਦਾ ਹੁੰਦਾ ਸੀ ਆਪਣਾ ਦਿੱਲੀ ਦੇ ਪ੍ਰਧਾਨ ਨੂੰ ਜਾਂ ਸਕੱਤਰ ਨੂੰ, ਅੱਜ ਅਨਫੋਰਚੂਨੇਟਲੀ ਬੱਚੇ ਉਸ ਸਕੂਲ ਦੇ ਅੰਦਰ, ਸਰਕਾਰੀ ਸਕੂਲ ਦੇ ਐਡਮਿਸ਼ਨ ਨਾ ਮਿਲਣ ਤੋਂ ਬਾਅਦ ਲੋਕ ਐਡਮਿਸ਼ਨ ਲੈਂਦੇ ਨੇ। ਯਾਨੀ ਕਿ ਟੀਚਰ ਦਾ ਮਿਆਰ ਗਿਰਿਆ। ਜੇ ਉਹਨਾਂ ਨੂੰ ਸੈਲਰੀ ਨਹੀਂ ਮਿਲੇਗੀ ਉਹ ਡੈਫੀਨੇਟਲੀ ਬੱਚੇ ਪੜ੍ਹਾਉਣ ਕਿੱਥੋਂ ਆਉਣਗੇ? ਨਾ ਉਹਨਾਂ ਕੋਲ ਆਉਣ ਜਾਣ ਦਾ ਪੈਟਰੋਲ ਹੈ, ਨਾ ਉਹਨਾਂ ਦੇ ਘਰ 'ਚ ਰੋਟੀ ਹੈ, ਹੋ ਸਕਦਾ ਟਿਊਸ਼ਨਸ ਵੀ ਕਰਨ ਆਪਣੇ ਬੱਚਿਆਂ ਦੇ ਪਿਲਾਣੇ। ਇਸ ਕਾਜ਼ ਨੂੰ ਤੁਸੀਂ ਜਿੰਨਾ ਉਠਾਓ ਅਸੀਂ ਤੁਹਾਡੇ ਨਾਲ ਆ, ਬਲਕਿ ਰੋਜ਼ ਚੁੱਕੋ। ਕਿਉਂਕਿ 728 ਟੀਚਰਸ ਅਗਰ ਆਪਣੇ ਘਰ ਸੈਲਰੀ 3 ਮਹੀਨੇ ਤੋਂ ਨਹੀਂ ਲੈ ਕੇ ਜਾ ਰਹੀਆਂ ਤੇ ਉਹਨਾਂ ਦੇ ਘਰ ਕਿਵੇਂ ਚੱਲਣਗੇ? ਬਹੁਤ ਡਿਫਿਕਲਟ ਹੈ। ਕਿਉਂਕਿ ਮੇਰੇ ਮਦਰ ਵੀ ਟੀਚਰ ਨੇ ਸਨ, ਰਿਟਾਇਰ ਹੋ ਗਏ, ਮੇਰੀ ਮਦਰ ਇਨ ਲਾਅ ਵੀ ਟੀਚਰ ਸਨ ਔਰ ਮੇਰੀ ਵਾਈਫ ਵੀ ਟੀਚਰ ਹੈ, ਤੇ ਮੈਨੂੰ ਪਤਾ ਹੈ ਕਿੰਨੇ ਥੋੜੇ ਪੈਸਿਆਂ ਨਾਲ ਸਾਡੇ ਟੀਚਰਾਂ ਦੇ ਘਰ ਚੱਲਦੇ ਨੇ। ਸਰ ਨਾਲ ਹੀ ਜਿਵੇਂ ਸਰ ਜੀ ਨੇ ਗੱਲ ਕੀਤੀ ਸੀ ਕਿ ਵੀ ਸਟ੍ਰੈਟੇਜੀਜ਼ ਆਪਾਂ ਲੈ ਕੇ ਆਉਂਗੇ। ਸਰ ਆਪਣੀ ਸਟ੍ਰੈਟੇਜੀਜ਼ ਤੇ ਰੋਸ਼ਨੀ ਪਾਓਗੇ ਮਾੜੀ ਜੀ ਕੀ
ਇੱਕ ਮਿੰਟ ਮੈਂ ਦਾ ਜਵਾਬ ਦੇਦਾ ਜੀ ਸਰ। ਮੈਂ ਦੇ- ਹਾਂ ਹਾਂ ਮੈਂ ਤੁਸੀਂ ਫਿਰ ਧਿਆਨ ਨਾਲ ਸੁਣਨਾ। ਮੈਂ ਕਿਹਾ ਸੀ ਵੀ ਜੋ ਵੀ ਅਸੀਂ ਜਦ ਇੱਥੇ ਸਟਾਰਟ ਕੀਤਾ ਤੇ ਜੋ ਸਾਡੀਆਂ ਸਟ੍ਰੈਟੇਜੀਜ਼ ਜੋ ਸਾਡੇ ਰੂਲਸ ਬਣੇ ਸੀ ਉਹ ਡਾਕਟਰ ਤਜਿੰਦਰਪਾਲ ਸਿੰਘ ਜੀ ਨਲਵਾ ਨੇ ਬਣਾਏ ਸੀ ਤੇ ਇਹਨਾਂ ਨੇ ਜੋ ਸਟ੍ਰੈਟੇਜੀ ਸਾਨੂੰ ਬਣਾ ਕੇ ਦੱਸੀ ਅਸੀਂ ਉਸੀ ਬਿਲਕੁਲ ਉਹਨਾਂ ਤੇ ਰੋਸ਼ਨੀ ਪਾਉਂਗੇ ਬਿਲਕੁਲ ਬਿਲਕੁਲ ਉਹੀ ਪਾ ਰਹੇ ਨੇ। ਥੋੜੀ ਜਿਹੀ ਪੇਸ਼ੈਂਸ ਚਾਹੀਦੀ ਹੈ ਨਾ, ਰੋਸ਼ਨੀ ਪਾਉਣ 'ਚ ਥੋੜਾ ਟਾਈਮ ਲੱਗਦਾ ਨਾ। ਯੂ ਕਾਂਟ ਸਟਾਰਟ ਲਾਈਕ ਦੈਟ ਹੈ ਨਾ। ਜਿਵੇਂ ਇੱਕ ਅਸੀਂ- ਬੇਸਿਕ ਰੋਸ਼ਨੀ ਆਮ ਸੌਰੀ ਇੱਕ ਬੇਸਿਕ ਰੋਸ਼ਨੀ ਬੇਟੇ ਸਮਝ ਲੈ, ਕਿਸੇ ਵੀ ਕੰਮ ਕਰਨ ਨੂੰ ਇਨਸਾਨ ਦੀ ਨਾ ਇਮਾਨਦਾਰੀ ਔਰ ਇੰਟੈਂਸ਼ਨ ਹੋਣੀ ਚਾਹੀਦੀ ਹੈ। ਸਾਡੀ ਇਮਾਨਦਾਰੀ ਬਹੁਤ ਕਲੀਅਰ ਹੈ, ਸਾਡੀ ਇੰਟੈਂਸ਼ਨ ਬਹੁਤ ਕਲੀਅਰ ਹੈ। ਪਰਸਨਲ ਲੈਵਲ ਤੇ ਵੀ ਜੇ ਲੜਨਾ ਪਿਆ ਟੀਚਰਸ ਲਈ ਖੜੇ ਹੋਵਾਂਗੇ, ਖੜੇ ਹਾਂ। ਸਟ੍ਰੈਟਜੀ ਕੁਝ ਨਹੀਂ ਹੈ। ਤੁਹਾਡੀ ਪਾਰਟੀ ਹਲੇ ਇਕੱਠੀ ਹੈਗੀ, ਤੁਹਾਡੇ ਯੂਥ ਹੈ ਤੁਹਾਡੇ ਇਕੱਠੇ ਨਹੀਂ ਹੈਗਾ, ਕਦੇ ਯੂਥ ਕੰਮ 'ਚ ਨਜ਼ਰ ਨਹੀਂ ਆਇਆ। ਈਵਨ ਯੂਥ ਮੈਂ ਕਈ ਮੈਂਬਰਸ ਇਹਨਾਂ ਦਾ ਜਵਾਬ ਦੇ ਦਿਆਂ ਇੱਕ ਵਾਰ ਇਹਨਾਂ ਪ੍ਰੈਸ ਕਰਦੇ ਕਮੈਂਟ ਪਾ ਰਹੇ ਹੋ ਇਹਨਾਂ ਦਾ ਜਵਾਬ ਦੇ ਦਿਆਂ ਆਪਣੀ ਬਾਤ ਦਾ ਜਵਾਬ ਦਿਓ। ਇੱਕ ਵਾਰ ਇਹਨਾਂ ਦਾ ਪਹਿਲੇ ਜਵਾਬ ਦੇ ਦਿਆਂ। ਜਵਾਬ ਵੀ ਦੇ ਦਿਓ ਨਾ। ਹਾਂ ਦਿਆਂਗੇ, ਤੁਹਾਡਾ ਪੂਰਾ ਜਵਾਬ ਦਾਂਗੇ। ਪਹਿਲੇ ਉਹ ਜਿਹੜੇ ਖੜੇ ਨੇ ਉਹਨਾਂ ਨੇ ਕੁਐਸਚਨ ਪੁੱਛਿਆ ਉਹਨਾਂ ਦਾ ਯੂਥ ਬਾਰੇ ਦੱਸੋ, ਤੁਹਾਡਾ ਯੂਥ ਹੈ ਕਿੱਧਰ ਹੈ? ਸਾਡਾ youth- ਉਹਦੇ ਸਰ ਕਮੈਂਟ ਪਾਉਂਦੇ ਨੇ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ, ਤੁਸੀਂ ਕਹਿੰਦੇ ਹੋ ਕੰਮ ਵਧੀਆ ਨਹੀਂ ਕਰਦੇ। ਇੱਕ- ਫਿਰ ਤੇ ਕਰੋ ਆਪਣਾ ਸਟੈਂਡ। ਵੀਰ ਜੀ ਤੁਸੀਂ ਬਹੁਤ ਵਧੀਆ ਜਰਨਲਿਸਟ ਹੈਗੇ ਹੋ। ਜਰਨਲਿਜ਼ਮ ਦੇ ਵਿੱਚ ਤੁਸੀਂ ਇੰਨਾ ਵੀ ਤਾਂ ਕਿ ਇੱਕ ਮੈਨੂੰ ਕੁਐਸਚਨ ਪੁੱਛਿਆ ਹੈ। ਨਹੀਂ ਕਿਹਾ ਤੁਹਾਡੇ- ਤੁਸੀਂ ਕਹਿ ਰਹੇ ਹੋ ਕਿ ਯੂਥ ਯੂਥ ਪ੍ਰਧਾਨ ਕਮੈਂਟ ਕਰਦੇ ਨੇ ਕਿ ਮਜੀਦ ਤੁਸੀਂ ਵਧੀਆ ਕੰਮ ਕਰਦੇ ਨੇ। ਤੁਹਾਡੀ ਪਾਰਟੀ ਨੇ ਪ੍ਰੈਸ ਕਾਨਫਰੰਸ ਕਰਦੀ ਮੈਂ ਅੱਛਾ ਕੰਮ ਨਹੀਂ ਨਹੀਂ ਸੁਣੋ, ਕਿੰਨੀ ਡੈਮੋਕ੍ਰੈਟਿਕ ਪਾਰਟੀ ਹੈ ਸਾਡੀ ਬਿਲਕੁਲ ਕਿ ਜੇ ਅੱਛਾ ਕੰਮ ਹੋਵੇ ਤੇ ਅਸੀਂ ਉਹਨੂੰ ਅੱਛਾ ਕਹਿੰਦੇ ਹਾਂ। ਜਿਹੜਾ ਕੰਮ ਕੋਈ ਵੀ ਅੱਛਾ ਕਰੇਗਾ, ਦੇਖੋ ਜੀ ਇੱਕ ਤੁਹਾਨੂੰ ਪਹਿਲੀ ਸਮਝੋ ਗੱਲ, ਅਸੀਂ ਰਾਜਨੀਤਿਕ ਨਹੀਂ ਹੈਗੇ, ਵੀ ਆਰ ਨਾਟ ਪੋਲੀਟੀਸ਼ੀਅਨਸ। ਤੁਸੀਂ ਭਾਜੀ ਜੇ ਜੇ ਤੁਸੀਂ ਬੋਲਣ ਹੀ ਨਹੀਂ ਦਿਓਗੇ, ਉਹਨਾਂ ਦਾ ਜਵਾਬ ਤੁਸੀਂ ਨਹੀਂ ਦੇਣ ਦੇ ਰਹੇ, ਆਪਣਾ ਜਵਾਬ ਤੁਸੀਂ ਲੈ ਨਹੀਂ ਰਹੇ, ਤੁਸੀਂ ਕੀ ਸਾਡੇ ਯੂਥ ਦੇ ਬੰਦੇ ਆਂਦੇ ਵੀ ਨਹੀਂ। ਸਰ ਤੁਸੀਂ ਜੋ ਜਵਾਬ ਤੁਹਾਡਾ ਪਹਿਲਾ ਸਵਾਲ ਸੀ ਕਿ ਸਿਰਸਾ ਜੀ ਬਾਰੇ ਸਾਡੇ ਯੂਥ ਪ੍ਰਧਾਨ ਨੇ ਤਾਰੀਫ ਕੀਤੀ। ਕਈ ਵਾਰ ਕੀਤੀ ਹੈ ਓਪਨਲੀ। ਸੁਣੋ ਪਹਿਲਾਂ ਸੁਣੋ, ਜਵਾਬ ਤੇ ਲਓ ਨਾ, ਜਵਾਬ ਤੇ ਲੈ ਲਓ ਸਰ। ਪਾਰਟੀ ਡੈਕੋਰਮ ਕਿੱਧਰ ਹੈਗਾ? ਸਰ ਜਵਾਬ ਤੇ ਲੈ ਲਓ। ਇਹ ਫਰਕ ਹੈ ਨਾ। ਇਹ ਫਰਕ ਹੈਗਾ ਸਾਡੇ ਤੇ ਬਾਕੀ ਪਾਰਟੀ ਡੈਕੋਰਮ ਇਜ਼ ਪੋਲਿਟਿਕਸ, ਪਾਰਟੀ ਡੈਕੋਰਮ ਹੇਅਰ ਇਜ਼ ਸੇਵਾ। Yes. ਜਿਹੜਾ ਕੰਮ ਠੀਕ ਕਰੇਗਾ ਉਹਦੀ ਤਾਰੀਫ ਹੋਏਗੀ। ਉੱਥੇ ਖੜੇ ਆ। ਦੱਸੋ ਕਿਹੜਾ ਕੰਮ ਵਧੀਆ ਕੀਤਾ ਸੀ? ਸਹੀ ਦੱਸ ਦਿਓ। ਸਰ ਐਵੇਂ ਹੈ, ਇੱਕ ਮਿੰਟ ਕਿਹੜਾ ਕੰਮ ਇੱਕ ਕੀਤਾ ਮਿੰਟ ਤੁਸੀਂ ਦੱਸ ਦਿਓ, ਫਿਰ ਲਾਈਵ ਚੱਲ ਰਿਹਾ। ਸਿਰਸਾ ਜੀ ਨੇ ਕਿਹੜਾ ਕੰਮ ਠੀਕ ਕੀਤਾ? ਤੁਸੀਂ ਦੱਸੋ ਕਿਹੜੇ ਕੰਮ ਮਾੜੇ ਕੀਤੇ ਨੇ। ਮੈਂ ਵੀ ਦੱਸਾਂ, ਮੈਂ ਤਾਂ ਰਿਪੋਰਟਰ ਤੁਸੀਂ ਸਵਾਲ ਪੁੱਛ ਰਹੇ ਹੋ ਨਾ। ਨਹੀਂ ਮੈਂ ਵੀ ਸਵਾਲ ਪੁੱਛ ਸਕਦਾ ਤੁਹਾਨੂੰ। ਤੁਸੀਂ ਪਹਿਲੇ ਲਿਸਟ ਕਰੋ, ਤੁਸੀਂ ਪਹਿਲੇ ਲਿਸਟ ਕਰੋ। ਦਾ ਆਨਸਰ ਕੁਐਸਚਨ ਨਹੀਂ ਹੁੰਦਾ ਨਾ। ਕੁਐਸਚਨ ਦਾ ਆਨਸਰ ਕੁਐਸਚਨ ਹੁੰਦਾ ਹੈ ਭਾਜੀ, ਕਿਉਂ ਨਹੀਂ ਹੁੰਦਾ? ਕੁਐਸਚਨ ਦਾ ਆਨਸਰ ਨਹੀਂ ਆਪਾਂ ਇੱਥੇ ਇਹੀ ਫਰਕ ਹੈ। ਸਿੱਖ ਦੇ ਅੰਦਰ ਪਾਸ ਫੇਲ ਨਹੀਂ ਹੁੰਦਾ। ਸਿੱਖੀ ਜੀਵਨ ਸਿਰਫ ਸੇਵਾ ਨਾਲ ਜੁੜਿਆ। ਇਹ ਪਾਸ ਫੇਲ, ਵਨ ਅਪ ਵਨ ਡਾਊਨ ਦੀ ਪੋਲਿਟਿਕਸ ਤੋਂ ਹੀ ਕੱਢਣਾ ਚਾਹੁੰਦਾ ਮੈਂ, ਤੁਹਾਡੀ ਸੋਚ ਨੂੰ ਵੀ ਕੱਢਣਾ ਚਾਹੁੰਦਾ। ਇਹ ਜਿਹੜਾ ਹੈਗਾ ਨਾ ਕਿ ਇਹ ਪਾਸ ਹੋ ਗਿਆ, ਫੇਲ ਹੋ ਗਿਆ, ਅੱਗੇ ਹੋ ਗਿਆ, ਪ੍ਰਧਾਨ ਬਣ ਗਿਆ, ਇਸੀ ਨੇ ਤਾਂ ਸਾਡੀ ਸਿੱਖੀ ਦਾ ਬੁਰਾ ਹਾਲ ਕੀਤਾ। ਟਾਇਲਟ ਦੀ ਸੇਵਾ ਤੇ ਕਦੀ ਸਵਾਲ ਨਹੀਂ ਪੁੱਛਿਆ ਹੋਏਗਾ ਕਿਸੇ ਜਰਨਲਿਸਟ ਨੇ ਜਾ ਕੇ ਕਿ ਇੱਥੇ ਕੌਣ ਸੇਵਾ ਕਰਦਾ। ਸਿੱਖ ਇਜ਼ ਓਨਲੀ ਮੈਂਟ ਟੂ ਡੂ ਸੇਵਾ। ਇਹ ਜਿਹੜਾ ਗੰਦ ਆਇਆ ਨਾ ਕਿ ਇਹਨੇ ਵਧੀਆ ਕਰਤਾ, ਇਹਨੇ ਮਾੜਾ ਕਰਤਾ, ਇਹਦੇ ਮਾੜੇ ਕੰਮ ਦੱਸੋ, ਇਹ ਕਿਚੜ ਉਛਾਲਣਾ ਅਸੀਂ ਕਰਨਾ ਹੀ ਨਹੀਂ। ਅੱਜ ਤੁਸੀਂ ਫੇਅਰਵੈਲ ਦੀ ਗੱਲ ਅੱਜ ਮਾਫੀਆ ਡਾਊਨ ਮੈਂ ਦੇਣਾ ਸਵਾਲ। ਮਾਫੀਆ ਡਾਊਨ ਹਰ ਉਹ ਸ਼ਖਸ ਜਿਹੜਾ ਗੁਰੂ ਘਰ ਦੇ ਨਾਲ ਧਰੋਹ ਕਰਦਾ ਉਹ ਮਾਫੀਆ। ਕੌਣ ਹੈਗਾ ਸਰ? ਹਰ ਸ਼ਖਸ ਜਿਹੜਾ ਧਰੋਹ ਕਰਦਾ ਹੈ ਮਾਫੀਆ। ਤੁਸੀਂ ਕਰਤੇ ਦਿੱਤਾ। ਹਰ ਆਦਮੀ ਜਿਹੜਾ ਰੈੱਡ ਲਾਈਟ ਜੰਪ ਕਰਦਾ ਹੈ ਉਹ ਡਿਫਾਲਟਰ ਹੈ। ਹਰ ਆਦਮੀ ਜਿਹੜਾ ਗੁਰੂ ਘਰ ਨਾਲ ਚੋਰੀ ਕਰਦਾ ਉਹ ਡਿਫਾਲਟਰ ਹੈ। ਹਰ ਆਦਮੀ ਜਿਹੜਾ ਗੁਰੂ ਘਰ ਦਾ ਲੰਗਰ ਖਾਂਦਾ ਉਹ ਡਿਫਾਲਟਰ ਹੈ। ਹਰ ਆਦਮੀ ਜਿਹੜੇ ਸਕੂਲ ਦੀਆਂ ਟੀਚਰਾਂ ਦੀ ਮੈਨੂੰ ਹਾਂ ਸਕੂਲ ਲੰਗਰ ਵਿੱਚੋਂ ਫੰਡ ਖਾਂਦਾ, ਲੰਗਰ ਤੋਂ ਫੰਡ ਖਾਂਦਾ ਨਹੀਂ ਲੰਗਰ ਵਿੱਚੋਂ ਫੰਡ ਖਾਂਦਾ। ਹਰ ਆਦਮੀ ਉਹ ਡਿਫਾਲਟਰ ਹੈ ਜਿਹੜੇ ਸਕੂਲ ਦੀਆਂ ਟੀਚਰਾਂ ਦੀ ਤਨਖਾਹਾਂ ਨਹੀਂ ਦਿੰਦਾ। ਹਰ ਆਦਮੀ ਜਿਹੜਾ ਉਹਨਾਂ ਨੂੰ ਸਪੋਰਟ ਕਰਦਾ ਉਹ ਡਿਫਾਲਟਰ ਹੈ। ਹਰ ਆਦਮੀ ਜਿਹੜਾ ਅੱਜ ਆਪਣੇ ਬੱਚਿਆਂ ਦੇ ਸਕੂਲਸ ਖਰਾਬ ਕਰ ਚੁੱਕਾ ਡਿਫਾਲਟਰ ਹੈ। ਹਰ ਆਦਮੀ ਜਿਹਨੇ ਮੈਡੀਕਲ ਕਾਲਜਸ ਨਹੀਂ ਬਣਾਏ ਉਹ ਡਿਫਾਲਟਰ ਹੈ। ਹਰ ਆਦਮੀ ਜਿਹੜਾ 20 ਸਾਲ ਤੋਂ ਗੁਰਦੁਆਰਾ ਫੰਡ ਖਾ ਚੁੱਕਾ ਹੈ ਔਰ ਗੁਰਦੁਆਰੇ ਫੰਡ ਨੂੰ ਥੱਲੇ ਲੈ ਕੇ ਜਾ ਚੁੱਕਾ ਹੈ, ਸਕੂਲ ਦੀਆਂ ਐਫਡੀਆਂ ਤੁੜਾ ਚੁੱਕੇ ਨੇ, ਉਹ ਸਾਰੇ ਡਿਫਾਲਟਰਸ ਨੇ। ਲੇਕਿਨ ਉਹਨਾਂ ਵਿੱਚ ਵੀ ਕੋਈ ਇੱਕ ਆਦਮੀ ਅਗਰ ਅੱਛਾ ਕੰਮ ਕਰ ਦਿੰਦਾ ਤੇ ਅਸੀਂ ਉਸ ਨੂੰ ਵੀ ਨਕਾਰਦੇ ਨਹੀਂ। ਉਹਦਾ ਰੀਜ਼ਨ ਹੈ, ਸੋਚ ਬੜੀ ਕਲੀਅਰ ਹੈ। ਪੋਜ਼ਿਟਿਵ ਥਿੰਕਿੰਗ ਨਾਲ ਚੱਲਾਂਗੇ। ਜੇ ਕੋਈ ਮਾੜਾ ਹੈ ਉਹਦੇ ਵੀ ਹੱਥ ਜੋੜਾਂਗੇ ਕਿ ਤੂੰ ਚੰਗੇ ਕੰਮ ਕਰ। ਤੁਹਾਡੀ ਦੂਜੀ ਗੱਲ ਦਾ ਵੀ ਅਸੀਂ ਇੱਕ ਪਲਾਨ ਲੈ ਕੇ ਚੱਲ ਰਹੇ ਹਾਂ ਜੋ ਕਿ ਅਗਰ ਅਸੀਂ ਪਾਵਰ ਹੀ ਚਾਹੁੰਦੇ ਆ ਤਾਂ ਅਸੀਂ ਇਹ ਵੀ ਕਰਾਂਗੇ, ਅਸੀਂ ਇਹ ਵੀ ਕਰਾਂਗੇ, ਅਸੀਂ ਇਹ ਵੀ ਕਰਾਂਗੇ। ਅਗਰ ਸਰਨਾ ਸਾਹਿਬ ਦੇ ਨਾਲ ਤੁਹਾਡੀ ਕੋਲੈਬੋਰੇਸ਼ਨ ਹੈਗੀ ਹੈ, ਤੁਹਾਡੇ ਕੋਲ 9 ਸੀਟਾਂ ਨੇ, 9 ਚ ਅਗਰ 4 ਜਾਂ 5 ਸੀਟਾਂ ਵਿੱਚ ਤੁਸੀਂ ਜੇਤੂ ਹੋ ਜਾਂਦੇ 1% ਤੇ ਤੁਹਾਡੇ ਕੋਲ ਤੁਹਾਨੂੰ ਲੱਗਦਾ ਹੈ ਕਿ ਸਰਨਾ ਸਾਹਿਬ ਤੁਹਾਡੀ ਚਲਾਉਣਗੇ, ਤੁਹਾਡੇ ਪਾਲਿਸੀਜ਼ ਨੂੰ ਐਪਲੀਕੇਬਲ ਕਰਨਗੇ। ਖਾਸ ਕਰਕੇ ਜੋ ਅੱਜ ਦੀ ਰੇਡੀ ਸੁਣਾ ਨਹੀਂ ਚਾਹ ਰਿਹਾ ਕਿ ਤੁਹਾਡੇ ਬੰਦੇ ਆधी ਰੇਡੀ 'ਚ ਪਰਦੇ ਦੇ ਵਿੱਚ ਸਰਨਾ ਸਾਹਿਬ ਨਾਲ ਕੋਈ ਨਾ ਕੋਈ ਸੈਟਿੰਗ ਕਰ ਰਹੇ ਨੇ। ਆਉਣ ਵਾਲੇ ਦਿਨਾਂ 'ਚ ਸ਼ਾਇਦ ਕਹੋਗੇ ਤੇ ਮੈਂ ਨਾਮ ਵੀ ਦੱਸ ਦਿਆਂਗਾ। ਹਲੇ ਇਹ ਹਾਲ ਹੈ ਤੇ ਜਿੱਤਣ ਤੋਂ ਬਾਅਦ ਤੁਸੀਂ ਕਿਸ ਲੈਵਲ ਤੇ ਪਹੁੰਚੋਗੇ ਇਹਦਾ ਜਵਾਬ ਤੁਸੀਂ ਦੋ ਇਹ ਤੁਹਾਡੀ ਗਲਤਫਹਿਮੀ ਹੈ।
ਮੈਂ ਚਾਹਨਾ ਜੀ ਕਲੀਅਰ ਕਰੋ। ਨਹੀਂ ਇਹ ਕੋਈ ਨਾ ਕੋਈ ਸਾਡਾ ਬੰਦਾ ਸਰਨਾ ਸਾਹਿਬ ਨੂੰ ਮਿਲ ਰਿਹਾ ਤੇ ਨਾ ਕੋਈ ਉਧਰ ਜਾ ਰਿਹਾ। ਸਾਡਾ ਇੱਕ ਜਿਹੜੀ ਗੱਲ ਦਾ ਜਵਾਬ ਦੇ ਰਿਹਾ ਉਹਦਾ ਗੱਲ ਦੇ ਰਿਹਾ। ਸਾਡੇ ਜਿਹੜੇ ਦੇਖੋ ਇੱਕ ਸਿਧਾਂਤ ਹੈ, ਸਰਨਾ ਸਾਹਿਬ ਹੋ ਗਏ ਜਾਂ ਸਿੰਘ ਸਾਹਿਬ ਹੋ ਗਏ, ਠੀਕ ਹੈ। ਨਹੀਂ ਮੈਂ ਸਿੰਘ ਸਾਹਿਬ ਦੀ ਗੱਲ ਹੀ ਨਹੀਂ ਕਰ ਰਿਹਾ, ਮੈਂ ਤਾਂ ਇਹ ਗੱਲ ਕਰ ਰਿਹਾ ਕਿ ਅਗਰ ਤੁਹਾਡੇ ਕੁਝ ਮੈਂਬਰ ਜੇਤੂ ਹੋ ਜਾਂਦੇ ਨੇ ਕਿ ਉਹਨਾਂ ਕੋਲ ਇੰਨੀ ਪਾਵਰ ਹੋਏਗੀ ਕਿ ਉਹ ਸਰਨਾ ਸਾਹਿਬ ਅਗਰ ਉਹ ਪਾਵਰ ਹੀ ਚਾਹੁੰਦੇ ਨੇ ਤਾਂ ਉਹਨਾਂ ਤੇ ਪ੍ਰੈਸ਼ਰ ਪਾ ਕੇ ਤੁਹਾਡੀ ਜਿਹੜੀ ਪਾਲਿਸੀ ਹੈ ਜਿਹਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ ਦਿੱਲੀ ਕਮੇਟੀ ਦੇ ਕਰਪਸ਼ਨ ਦੇ ਖਿਲਾਫ ਦੇ ਉੱਤੇ ਉਹਨਾਂ ਦੇ ਉੱਤੇ ਐਕਸ਼ਨ ਲੈ ਪਾਣਗੇ। ਸਾਡਾ ਇੱਕ ਵੀ ਮੈਂਬਰ ਜਿਹੜਾ ਹੈ ਪੰਥਕ ਅਕਾਲੀ ਲਹਿਰ ਦਾ ਕੋਈ ਬਾਹਰ ਨਹੀਂ ਜਾਏਗਾ, ਪੰਥਕ ਅਕਾਲੀ ਲਹਿਰ ਵਿੱਚ ਜਿੱਤਣ ਤੋਂ ਬਾਅਦ ਰਹੇਗਾ। ਅਗਰ ਜਿੱਤਣ ਤੋਂ ਬਾਅਦ ਉਹ ਪਾਰਟੀ ਜੁਆਇਨ ਕਰ ਲੈਂਦਾ ਤਦ ਕੀ ਹੋਏਗਾ? ਪਾਰਟੀ ਉਹਨੂੰ ਬਾਹਰ ਕੱਢ ਦੇਗੀ, ਕੀ ਕਰੇਗੀ? ਦੇਖੋ ਇਹ ਨੌਬਤ ਆਏਗੀ ਨਹੀਂ, ਇਹ ਨੌਬਤ ਆਏਗੀ ਨਹੀਂ। ਨਹੀਂ ਅਗਰ ਆ ਜਾਏ ਫਿਊਚਰ ਦੀ ਗਾਰੰਟੀ ਤਾਂ ਅਸੀਂ ਨਹੀਂ ਲੈ ਸਕਦੇ, ਤੁਸੀਂ ਲੈ ਰਹੇ ਦੇਖੋ ਹੋ। ਅਗਰ ਦੀ ਤਾਂ ਗੱਲ ਬਾਤ ਦੀ ਗੱਲ। ਅਗਰ ਦੀ ਗੱਲ ਅਗਰ ਚਾਚੀ ਦੀਆਂ ਮੁੱਛਾਂ ਹੁੰਦੀਆਂ ਤੇ ਚਾਚਾ ਨਹੀਂ ਹੁੰਦਾ। ਅਗਰ ਚਾਚੀ ਦੀਆਂ ਮੁੱਛਾਂ ਹੁੰਦੀਆਂ ਤੇ ਉਹ ਚਾਚਾ ਕਹਿਲਾਉਂਦਾ ਨਾ। ਇਹ ਗੱਲ ਤੁਹਾਡੀ ਬਹੁਤ ਸਹੀ ਹੈ ਕਿ ਸਾਡੇ ਹਾਲਾਤ ਚੰਗੇ ਨਹੀਂ ਨੇ। ਸਾਡੇ ਅੰਦਰ ਸਾਡੀਆਂ ਨੀਵਾਂ ਵਿੱਚ ਪਾਣੀ ਪੈ ਗਿਆ। ਉਹ ਜਿਹੜਾ ਗੱਲ ਤੁਸੀਂ ਕਿਹਾ ਕਿ 1,72,000 ਸਾਰੇ ਵੋਟ ਡਿਸਾਈਡ ਕਰਦੇ ਨੇ, ਜਦਕਿ ਦਿੱਲੀ 'ਚ 8 ਲੱਖ ਵੋਟਰ ਇਹਦਾ ਪਾਰਟਿਸਪੈਂਟ ਹੋਣਾ ਚਾਹੀਦਾ। ਇਹ ਗੱਲ ਵੀ ਠੀਕ ਹੈ ਕਿ ਲੋਕਾਂ ਦਾ ਰੁਝਾਨ ਗੁਰਦੁਆਰੇ ਦੇ ਪ੍ਰਬੰਧ ਤੋਂ ਦੂਰ ਹੁੰਦਾ ਜਾ ਰਿਹਾ ਹੈ, ਉਹਨਾਂ ਦਾ ਇੰਟਰਸਟ ਖਤਮ ਹੋ ਗਿਆ। ਇਹ ਵੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਸਿਸਟਮ ਦੇ ਅੰਦਰ ਇਹ ਸਾਰੀਆਂ ਕਮੇਟੀਆਂ ਤੋਂ ਲੋਕ ਵਿਮੁਖ ਹੋ ਰਹੇ ਨੇ। ਇਹੀ ਤਾਂ ਮੇਰੇ ਵੀਰ ਪ੍ਰੋਬਲਮ ਹੈ ਕਿ ਜਿਹੜੇ ਲੋਕ ਇਸ ਦਾ ਮਿਸਯੂਜ਼ ਕਰਦੇ ਨੇ ਉਹਨਾਂ ਦੇ ਅਗੇਂਸਟ ਲੜਨ ਵਾਲਿਆਂ ਦੀ, ਇਮਾਨਦਾਰ ਲੋਕਾਂ ਦੀ ਗਿਣਤੀ ਘੱਟ ਹੈ। ਲੜਾਈ ਉਹ ਹੈ ਸਾਡੀ ਵੀਰ ਜੀ ਜੋ ਕੁਐਸਚਨ ਤੁਸੀਂ ਪੁੱਛਿਆ, ਸਾਡੀ ਲੜਾਈ ਇਹ ਹੈ। ਜਿਹੜਾ ਤੁਸੀਂ ਕੁਐਸਚਨ ਹੈ ਉਹ ਸਾਡੀ ਲੜਾਈ ਦਾ ਸਾਰ ਹੈ। ਮੈਂ ਨਾਲ ਹੀ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਤੁਸੀਂ ਹੁਣੇ ਕਿਹਾ ਸੀ ਕਿ ਵੀ ਜ਼ੀਰੋ ਲੈਵਲ ਤੇ ਕਰਪਸ਼ਨ ਨੂੰ ਖਤਮ ਕੀਤਾ ਜਾਏਗਾ, ਤੇ ਸਰ ਤੁਸੀਂ ਕਿਵੇਂ ਖਤਮ ਕਰੋਗੇ? ਦੇਖੋ ਇਹਦੇ ਬਾਰੇ ਮੈਂ ਤੁਹਾਨੂੰ ਦੱਸਾਂ ਕਿ ਪ੍ਰਬੰਧ ਦਾ ਇੱਕ ਬਜਟ ਹੈਗਾ। ਤੁਸੀਂ ਆਪਣਾ ਬਿਜ਼ਨਸ ਕੋਈ ਖੋਲ੍ਹਦੇ ਹੋ ਨਾ, ਤੁਹਾਨੂੰ ਉਹਦੇ ਵਾਸਤੇ ਐਫਰਟ ਕਰਨੇ ਪੈਂਦੇ ਨੇ। ਇਹ ਸਾਡੇ ਅਦਾਰੇ ਚੱਲ ਰਹੇ ਨੇ। ਇਹ ਮਿਸਮੈਨੇਜਮੈਂਟ ਕਰਕੇ ਜਿਹੜਾ ਉਹਦੇ ਵਿੱਚ ਕਰਪਸ਼ਨ ਆਈ ਹੈ, ਇਹ ਕਰਪਸ਼ਨ ਕੌਣ ਸਿੱਧੀ ਕਰੇਗਾ? ਇਹ ਕਮੇਟੀ ਸਿੱਧੀ ਕਰੇਗੀ। ਹੁਣ ਤੁਸੀਂ ਦੇਖੋ ਅੱਜ ਕਿਸੇ ਕੋਲ ਵੀ ਅਸੀਂ ਫੰਡ ਲੈਣ ਜਾਂਦੇ ਆ, ਅਗਰ ਸਾਡਾ 1 ਕਰੋੜ 35 ਲੱਖ ਰੁਪਏ ਦਾ ਫੰਡ ਹੋਵੇ ਜਾਂ 135 ਕਰੋੜ ਦਾ ਫੰਡ ਹੋਵੇ ਤੇ ਸਾਨੂੰ ਜਾ ਕੇ ਕਿਸੇ ਕੋਲ ਮੰਗਣਾ ਨਹੀਂ ਪੈਣਾ। ਅਸੀਂ ਉਹ ਫੰਡ ਨੂੰ ਯੂਜ਼ ਕਰਨਾ ਹੈ, ਉਹਨੂੰ ਮੈਨੇਜ ਕਰਨਾ ਹੈ। ਤੇ ਜੇ ਅਸੀਂ ਮੈਨੇਜ ਵੀ ਨਹੀਂ ਕਰ ਸਕਦੇ ਇੰਨੇ ਸਾਲਾਂ ਤੋਂ, ਅਸੀਂ ਫਿਰ ਕੀ ਕੰਮ ਕਰਨਾ ਨੇ? ਸਾਡੇ ਬਿਜ਼ਨਸ ਤੇ ਚੜ੍ਹਦੀ ਕਲਾ 'ਚ ਜਾ ਰਹੇ ਨੇ ਤੇ ਗੁਰੂ ਘਰ ਦੀ ਪ੍ਰਾਪਰਟੀ ਜਿਹੜੀ ਹੈ, ਪ੍ਰਾਪਰਟੀ ਹੋਈ ਜਾਂ ਜਿਹੜਾ ਫੰਡ ਹੈਗਾ, ਉਹ ਢਹਿੰਦੀ ਕਲਾ ਵੱਲ ਜਾ ਰਿਹਾ ਹੈ। ਬੇਟੇ ਇਸ ਤਰ੍ਹਾਂ ਕਿ ਪਹਿਲੇ ਨਾ ਤੇਰੇ ਇੱਕ ਸਵਾਲ ਬਹੁਤ ਅੱਛਾ ਹੈ ਕਿ ਕੀ ਚੇਂਜ ਆ ਸਕਦਾ ਹੈ ਔਰ ਮਿਸਮੈਨੇਜਮੈਂਟ ਆਫ ਫੰਡਸ ਕਿਵੇਂ ਟੇਕਨ ਕੇਅਰ ਹੋ ਸਕਦਾ। ਇੱਕ ਤੁਸੀਂ ਵੀ ਆਪ ਸਕੂਲਾਂ 'ਚ ਪੜ੍ਹੇ ਹੋ, ਤੁਸੀਂ ਦੇਖਿਆ ਛੋਟੇ ਛੋਟੇ ਪ੍ਰਾਈਵੇਟ ਸਕੂਲ ਹੁੰਦੇ ਆ, ਉਹ ਵੀ ਕਦੀ ਲਾਸ 'ਚ ਨਹੀਂ ਜਾਂਦੇ, ਜਦਕਿ ਉਹਨਾਂ ਦੀ ਫੀਸ ਵੀ ਕੋਈ ਬਹੁਤ ਜ਼ਿਆਦਾ ਨਹੀਂ ਹੁੰਦੀ। ਤੁਸੀਂ ਗਲੀਆਂ 'ਚ ਆਮ ਦੇਖੇ ਨੇ 25 ਬੱਚਿਆਂ ਨਾਲ 30 ਬੱਚਿਆਂ ਨਾਲ ਉਹ ਚਾਈਲਡ ਕੇਅਰ ਪਲੱਸ ਸਕੂਲ ਸ਼ੁਰੂ ਹੁੰਦਾ। ਸਾਡੀਆਂ ਅਗਰ ਥੋੜੀ ਜਿਹੀ ਬਿਲਡਿੰਗਸ ਦੀਆਂ ਲੋਕੇਸ਼ਨਸ ਦੇਖੋ ਔਰ ਉਹਨਾਂ ਦੀਆਂ ਟਾਈਮਿੰਗਸ ਦੇਖੋ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਜਿਸ ਵੇਲੇ ਲੋਕੇਸ਼ਨ ਹੈ, ਅੱਜ ਮੈਂ ਨਾਮ ਨਹੀਂ ਲੈ ਸਕਦਾ ਜਿਸ ਸਕੂਲ ਦਾ ਮੈਂ ਡਾਇਰੈਕਟਰ ਹਾਂ ਕਿਉਂਕਿ ਉਹ ਕੌਨਫਲਿਕਟ ਆਫ ਇਨਫੋਰਮੇਸ਼ਨ ਆ ਜਾਏਗਾ। ਉਹ ਸਕੂਲ ਰਿਮੋਟ ਏਰੀਆ 'ਚ ਹੋ ਕੇ ਵੀ 10 ਗੁਣਾ ਪੈਸਾ ਕਮਾ ਰਿਹਾ ਐਂਡ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਡਾਇਰੈਕਟਰ ਹਾਂ ਇੱਕ ਸਕੂਲ ਦਾ ਜਿਹੜਾ ਇੱਕ ਆਲਮੋਸਟ ਜੰਗਲ ਵਿੱਚ ਖੋਲ ਕੇ ਵੀ ਅਸੀਂ ਪ੍ਰੋਫਿਟ ਵਿੱਚ ਆ। ਔਰ ਇਹ ਨਹੀਂ ਹੈਗਾ ਕਿ ਉਹਦੀ ਜਿਹੜੀ ਫੀਸ ਹੈ ਉਹ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਫੀਸਾਂ ਨਾਲੋਂ ਕੋਈ ਬਹੁਤ ਜ਼ਿਆਦਾ ਨਹੀਂ। ਇੱਕ ਬਿਲਡਿੰਗ ਨੂੰ 2 ਵਾਰੀ ਯੂਜ਼ ਕੀਤਾ ਜਾ ਸਕਦਾ ਹੈ। ਟੈਕਨੀਕਲ ਸਕਿੱਲ ਸੈਂਟਰ ਖੋਲ੍ਹੇ ਜਾ ਸਕਦੇ ਨੇ, ਟੈਕਨੀਕਲ ਐਜੂਕੇਸ਼ਨ ਦਿੱਤੀ ਜਾ ਸਕਦੀ ਹੈ। ਅੱਜ ਪੂਰੀ ਦੁਨੀਆ ਦੇ ਅੰਦਰ ਫ੍ਰੈਂਚ ਸਪੀਕਿੰਗ, ਆਇਲਸ ਸਪੀਕਿੰਗ, ਇੰਗਲਿਸ਼ ਸਪੀਕਿੰਗ ਦੇ ਲੋਕ ਤਿਆਰ ਕੀਤੇ ਜਾ ਸਕਦੇ ਨੇ। ਸੋ ਬਹੁਤ ਕੁਝ ਹੈ। ਮਤਲਬ ਤੁਸੀਂ ਕਹਿਣਾ ਚਾਹੋਗੇ ਕਿ ਫ੍ਰੈਂਚ ਸਪੀਕਿੰਗ, ਆਇਲਸ ਸਪੀਕਿੰਗ ਇਹ ਸਭ ਤੁਸੀਂ ਮਤਲਬ ਸਕੂਲ 'ਚ ਬੱਚਿਆਂ ਨੂੰ ਪ੍ਰੋਵਾਈਡ ਇਹਦੇ ਬੜੇ ਸਮਾਲ ਨੇ, ਬਹੁਤ ਛੋਟੇ ਨੇ। ਇੱਥੇ ਬੇਟੇ ਅਗਰ ਬਹੁਤ ਸਾਰੀਆਂ ਚੀਜ਼ਾਂ ਹੈ। ਦੇਖੋ ਹਰ ਬੱਚਾ ਡਾਕਟਰ ਨਹੀਂ ਬਣ ਸਕਦਾ। ਅੱਜ ਪੂਰੀ ਦੁਨੀਆ ਨੂੰ ਨਰਸਿਸ ਦੀ ਲੋੜ ਹੈ। 9 ਲੱਖ ਨਰਸਾਂ ਸਿਰਫ ਅਮਰੀਕਾ ਨੂੰ ਚਾਹੀਦੀਆਂ ਨੇ। ਹੁਣ ਸਾਰੇ ਤਾਂ ਬੱਚੇ ਡਾਕਟਰ ਨਹੀਂ ਬਣ ਸਕਦੇ। ਸੋ ਸਾਡਾ ਪਹਿਲੇ ਹੀ ਇਹ ਸਟ੍ਰੈਟੇਜਿਕ ਪਲਾਨ ਸੀ ਕਿ ਅਸੀਂ ਐਟਲੀਸਟ ਜਦ ਅਸੀਂ ਅਗਰ ਆਉਂਦੇ ਹਾਂ ਸੇਵਾ ਵਿੱਚ ਕਿ 10 ਜਾਂ 12,000 ਨਰਸਿਸ ਅਗਰ ਅਗਲੇ 4 ਸਾਲ ਵਿੱਚ ਤਿਆਰ ਕਰ ਲੈਂਦੇ ਹਾਂ ਤੇ ਅਸੀਂ ਉਹਨੂੰ ਸਿਸਟਮ ਨੂੰ ਬੱਚਿਆਂ ਨੂੰ ਨੈਕਸਟ ਲੈਵਲ 'ਤੇ ਲੈ ਜਾਵਾਂਗੇ।
ਐਂਟਰਪ੍ਰੇਨਿਓਰਸ਼ਿਪ ਹੈ, ਸਾਡੀ ਸੋਚ ਬਹੁਤ ਕਲੀਅਰ ਹੈ, ਸਾਡੇ ਐਫਰਟ ਹੀ ਟਾਈਮ ਲੱਗੇ। ਸਰ ਹੈਲਥ ਦੇ ਉੱਤੇ ਵੀ ਮਾੜੀ ਰੋਸ਼ਨੀ ਪਾਓ ਕਿ ਮਤਲਬ ਹੈਲਥ ਲਈ ਕੀ ਉਹ ਬੜੇ ਬੜਾ ਸਿੰਪਲ ਸੀ, ਇਹੀ ਸਕੂਲ ਅਗਰ ਇਹੀ ਸਕੂਲ ਕੋਵਿਡ ਸੈਂਟਰ ਬਣੇ ਹੁੰਦੇ ਹਾਂਜੀ ਹਾਂਜੀ ਤੇ ਹਰ ਸਕੂਲ ਦੇ ਕਮਰੇ, ਅਗਰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕੋਈ ਵੀ ਸਕੂਲ ਦੇਖ ਲਓ, ਅਗਰ ਫਤਿਹਨਗਰ ਦੇਖ ਲਈਏ ਤੇ ਮੇਰਾ ਅੰਦਾਜ਼ਾ ਉੱਥੇ 40 ਕਮਰੇ ਨੇ, 11 ਟਾਇਲਟਸ ਨੇ, 2 ਕੈਂਟੀਨ ਕੈਫੇਜ਼ ਨੇ। ਅਗਰ ਇਹਨੂੰ ਹੀ ਕੋਵਿਡ ਸੈਂਟਰ ਬਣਾਇਆ ਹੁੰਦਾ ਤੇ ਇੱਕ ਕਮਰਾ ਛੋੜ ਕੇ ਪੇਸ਼ੈਂਟ ਰੱਖੇ ਹੁੰਦੇ, ਟਾਇਲਟ ਯੂਜ਼ ਹੋ ਜਾਂਦੇ ਤੇ ਗੁਰੂ ਘਰ ਅਸੀਂ ਰਿਸਕ ਤੇ ਨਹੀਂ ਲਿਆਂਦੇ ਜਿੱਥੇ ਕੋਵਿਡ ਸੈਂਟਰ ਬਣਾ ਕੇ ਅਸੀਂ ਸੰਗਤ ਨੂੰ ਰਿਸਕ ਤੇ ਪਾ ਦਿੱਤਾ ਸੀ। ਸੋ ਇਹ ਤੁਹਾਡੀ ਨਾ ਮਾਈਂਡ ਸੈਟ ਹੋਣਾ ਚਾਹੀਦਾ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ। ਇੱਕ ਹੁੰਦਾ ਡਿਸਪਲੇ ਆਫ ਪੋਲਿਟਿਕਸ, ਇੱਕ ਹੁੰਦਾ ਇੰਟੈਂਟ ਟੂ ਸਰਵ। ਸਰ ਮੈਂ ਨਾਲ ਹੀ ਪੁੱਛਣਾ ਚਾਹਾਂਗੀ ਕਿ 1970 ਐਕਟ ਤੁਹਾਨੂੰ ਪਤਾ ਹੀ ਹੈਗਾ 71 ਐਕਟ 1971 ਬੇਟੇ ਜਿੱਥੇ ਨਹੀਂ ਪਤਾ ਹੋਏਗਾ ਤੇ ਤੂੰ ਪੁੱਛ ਲਾਂਗਾ। ਬੇਟੇ ਬਚਪਨ ਦੀ ਵਾਰੀ ਹੈ, 55 ਦੀ ਵਾਰੀ ਖਤਮ ਹੋ ਗਈ। ਸੋ ਵੀ ਹੈਵ ਟੂ ਨੈਕਸਟ ਜਨਰੇਸ਼ਨ ਨੂੰ ਜੇ ਨਹੀਂ ਕਰਾਂਗੇ ਤੇ ਫਿਰ ਅਸੀਂ ਆਪਣੀ ਕੌਮ ਦੀ ਹੈਲਪ ਬੇਟੇ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ, ਪਲੇਸਮੈਂਟ ਸੈੱਲ ਹੀ ਤੇ ਖੋਲ੍ਹਣਾ ਹੈ। ਜੇ ਅਸੀਂ ਪ੍ਰਬੰਧਕ ਕਮੇਟੀ ਪਲੇਸਮੈਂਟ ਸੈੱਲ ਹੀ ਨਹੀਂ ਖੋਲ੍ਹ ਸਕੀ ਅੱਜ ਤੱਕ ਤੇ ਫਿਰ ਉਹ ਕਿੱਥੋਂ ਕੰਮ ਕਰੇਗੀ? ਤੁਸੀਂ ਦੱਸੋ। ਦੇਖੋ ਸਾਡੇ ਕੋਲ ਕੋਈ ਆਪਣਾ ਉਹ ਜਿਹੜੀ ਹੈ ਨਾ ਕਮੀ ਨਹੀਂ ਹੈਗੀ ਉਹਦੀ, ਲੇਕਿਨ ਉਹਦੇ ਵਾਸਤੇ ਕੀ ਕਰੋਗੇ? ਠੀਕ ਹੈ ਜੀ, ਥੈਂਕ ਯੂ ਜੀ। ਕੋਡ ਆਫ ਕੰਡਕਟ ਚੰਗੀ ਤਰ੍ਹਾਂ ਲਾਗੂ ਕਰਦਾ ਗੁਰਦੁਆਰਾ ਟਰੱਸਟ। ਦੇਖੋ ਕੋਡ ਆਫ ਕੰਡਕਟ ਲਾਗੂ ਕਰ, 3-4 ਸਵਾਲ ਇਕੱਠੇ ਪੁੱਛੇ ਤੁਸੀਂ ਸਾਰਿਆਂ ਤੋਂ। ਦੇਖੋ ਕੋਡ ਆਫ ਕੰਡਕਟ ਜਿਹੜਾ ਹੈ ਉਹ ਲਾਗੂ ਨਹੀਂ ਕਰ ਰਿਹਾ, ਜਿਹਦੇ ਕਰਕੇ ਸਾਡੀ ਕਮੇਟੀ ਜਿਹੜੀ ਹੁਣ ਮੌਜੂਦਾ ਕਮੇਟੀ ਹੈ ਉਹ ਆਪਣੀ ਮਨਮਰਜ਼ੀ ਕਰ ਰਹੀ ਹੈ। ਅਗਰ ਕੋਡ ਆਫ ਕੰਡਕਟ ਲਾਗੂ ਹੋ ਜਾਵੇ ਤੇ ਇਹ ਕੋਈ ਵੀ ਜਿਹੜੇ ਫੈਸਲੇ ਨੇ ਵੱਡੇ ਤੋਂ ਵੱਡੇ ਫੈਸਲੇ ਨਹੀਂ ਲੈ ਸਕਦੇ। ਗੁਰਦੁਆਰਾ ਮੰਤਰੀ ਕੋਲ ਕਦੀ ਪਹੁੰਚ ਕੀਤੀ ਹੈ ਇਸ ਬਾਰੇ ਕਿ ਵੀ ਤੁਹਾਡੇ ਡਾਇਰੈਕਟਰ ਥੱਲੇ ਨਹੀਂ ਕੰਮ ਕਰ ਰਿਹਾ ਗੁਰਦੁਆਰਾ ਟਰੱਸਟ? ਦੇਖੋ ਜੀ ਇਹਦੇ ਬਾਰੇ ਤਾਂ ਹੁਣ ਕਰਾਂਗੇ ਨਾ, ਅਸੀਂ ਤਾਂ ਜੇ ਮੌਜੂਦਾ ਜੇ ਆਏ ਹੁਣ ਤੇ ਸਾਡੇ ਜਿਹੜੇ ਪਹਿਲਾਂ ਜਿਹੜੇ ਉਹ ਨਹੀਂ ਕਰ ਸਕੇ ਤੇ ਅਸੀਂ ਤਾਂ ਕੋਸ਼ਿਸ਼ ਕਰਾਂਗੇ ਹੁਣ ਅੱਗੇ ਆਉਣ ਵਾਲੇ ਸਮੇਂ 'ਚ।